ਪੰਜਾਬੀ ਕੋਚਿੰਗ ਦੇਖ ਰਹੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ। ਦੋਸਤੋ UGC ਨੈਟ ਦੀ ਤਿਆਰੀ ਮੈਂ ਆਸ ਕਰਦੀ ਹਾਂ ਕਿ ਤੁਹਾਡੀ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੋਊਗੀ ਤੇ ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਪਸੰਦ ਕਰ ਰਹੇ ਹੋ। ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਪਰ ਇੱਕ ਰਿਕੁਐਸਟ ਉਹਨਾਂ ਦੋਸਤਾਂ ਦੇ ਲਈ ਜਿਹੜੇ ਵੀਡੀਓ ਨੂੰ ਦੇਖਦੇ ਜ਼ਰੂਰ ਹੈ ਪਰ ਉਹ ਕੋਈ ਆਪਣਾ ਸੁਝਾਅ ਜਾਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਨਹੀਂ ਲਿਖਦੇ। ਤਾਂ ਦੋਸਤੋ ਅਸੀਂ ਤੁਹਾਡੇ ਤੋਂ ਹੋਰ ਕੋਈ ਲਾਲਚ ਨਹੀਂ ਕਰਦੇ, ਨਾ ਅਸੀਂ ਕੋਈ ਪੇਡ ਕੋਰਸ ਹਜੇ ਤੱਕ ਚਲਾਇਆ, ਇਸ ਲਈ ਸਿਰਫ ਤੁਹਾਡੇ ਕਮੈਂਟ ਹੀ ਸਾਡੇ ਲਈ ਹੱਲਾਸ਼ੇਰੀ ਦਾ ਕੰਮ ਕਰਦੇ ਆ। ਤਾਂ ਤੁਸੀਂ ਜੇਕਰ ਇਹਨਾਂ ਵੀਡੀਓਜ਼ ਨੂੰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਉਹਨਾਂ ਦੇ ਬਾਰੇ ਆਪਣੀ ਰਾਏ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ। ਭਲਾ ਤੁਸੀਂ ਆਲੋਚਨਾ ਵੀ ਕਰ ਸਕਦੇ ਹੋ ਜਾਂ ਕੋਈ ਸੁਝਾਅ ਵੀ ਦੇ ਸਕਦੇ ਹੋ, ਜਿਵੇਂ ਵੀ ਤੁਹਾਨੂੰ ਮਹਿਸੂਸ ਹੁੰਦਾ। ਤਾਂ ਜਿਵੇਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਅਰਸਤੂ ਦੇ ਸਾਰੇ ਸੰਕਲਪ ਪੜ੍ਹਾਂਗੇ, ਤਾਂ ਤੁਸੀਂ ਸਕਰੀਨ 'ਤੇ ਦੇਖ ਹੀ ਲਿਆ ਹੋਣਾ ਕਿ ਅੱਜ ਅਸੀਂ ਤਰਾਸਦੀ ਬਾਰੇ ਪੜ੍ਹਨ ਜਾ ਰਹੇ ਹਾਂ। ਆਮ ਤੌਰ 'ਤੇ ਤਰਾਸਦੀ ਕਿਸੇ ਦੁਖਾਂਤ ਵਾਪਰਨ ਨੂੰ ਵੀ ਕਹਿੰਦੇ ਆ ਅਤੇ ਨਾਲ ਦੀ ਨਾਲ ਅਸੀਂ ਕਿਸੇ ਦੁਖਾਂਤਕ ਨਾਟਕ ਨੂੰ ਤਰਾਸਦੀ ਕਹਿ ਦਿੰਦੇ ਹਾਂ। ਪਰ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਇਸ ਗੱਲੋਂ ਵੱਖਰਾ ਹੈ ਕਿਉਂਕਿ ਅਸੀਂ ਇਹ ਪੜ੍ਹਾਂਗੇ ਕਿ ਅਰਸਤੂ ਦੇ ਅਨੁਸਾਰ ਤਰਾਸਦੀ ਦਾ ਕੀ ਮਤਲਬ ਹੈ। ਕੱਲ੍ਹ ਅਸੀਂ ਅਰਸਤੂ ਦਾ ਅਨੁਕਰਨ ਸਿਧਾਂਤ ਪੜ੍ਹਿਆ ਸੀ। ਜਿਨ੍ਹਾਂ ਨੇ ਅਨੁਕਰਨ ਵਾਲੀ ਵੀਡੀਓ ਨਹੀਂ ਦੇਖੀ ਉਹਨਾਂ ਨੂੰ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਵਿੱਚੋਂ ਰੋਕ ਕੇ ਤੁਸੀਂ ਪਹਿਲਾਂ ਅਨੁਕਰਨ ਦੀ ਵੀਡੀਓ ਦੇਖੋ, ਤਾਂ ਹੀ ਤੁਹਾਨੂੰ ਇਹ ਵੀਡੀਓ ਸਮਝ ਆਊਗੀ। ਤਾਂ ਸਭ ਤੋਂ ਪਹਿਲਾਂ ਤੁਹਾਡੇ ਮੂਹਰੇ ਮੈਂ ਤਰਾਸਦੀ ਦੀ ਪਰਿਭਾਸ਼ਾ ਲਿਖੀ ਹੋਈ ਹੈ, ਜਿਸ ਨੂੰ ਅਸੀਂ ਪੜ੍ਹਾਂਗੇ। ਪਰਿਭਾਸ਼ਾ ਹੈ ਕਿ ਤਰਾਸਦੀ ਕਿਸੇ ਗੰਭੀਰ, ਆਪਣੇ ਆਪ ਵਿੱਚ ਪੂਰੇ ਅਤੇ ਨਿਸ਼ਚਿਤ ਆਯਾਮ ਵਾਲੇ ਕਾਰਜ ਦੇ ਅਨੁਕਰਨ ਦਾ ਨਾਮ ਹੈ, ਜਿਸ ਦਾ ਮਾਧਿਅਮ ਨਾਟਕ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਢੰਗਾਂ ਨਾਲ ਵਰਤੀ ਗਈ ਹਰ ਤਰ੍ਹਾਂ ਦੇ ਅਲੰਕਾਰਾਂ ਨਾਲ ਸਜੀ ਹੋਈ ਭਾਸ਼ਾ ਹੁੰਦੀ ਹੈ, ਜਿਸ ਵਿੱਚ ਕਰੁਣਾ ਤੇ ਤਰਾਸ ਭਰ ਕੇ ਇਹਨਾਂ ਮਨੋਵਿਕਾਰਾਂ ਦਾ ਉਚਿਤ ਵਿਰੇਚਨ ਕੀਤਾ ਜਾਂਦਾ ਹੈ। ਤਾਂ ਦੋਸਤੋ ਇੱਥੇ ਜਿਹੜੀ ਪਰਿਭਾਸ਼ਾ ਦਿੱਤੀ ਗਈ ਹੈ ਇਹਦੇ ਵਿੱਚ ਅਰਸਤੂ ਕੀ ਕਹਿਣਾ ਚਾਹ ਰਿਹਾ ਹੈ ਕਿ ਜਿਹੜਾ ਸਮਾਜ ਦੇ ਵਿੱਚ ਕੋਈ ਗੰਭੀਰ, ਆਪਣੇ ਆਪ ਦੇ ਵਿੱਚ ਪੂਰਨ ਕੋਈ ਕਾਰਜ ਵਾਪਰ ਰਿਹਾ ਹੈ, ਕੋਈ ਕਹਾਣੀ ਵਾਪਰ ਰਹੀ ਹੈ। ਮੰਨ ਲਓ ਅਸੀਂ ਪੰਜਾਬੀ ਦੇ ਵਿੱਚ ਉਦਾਹਰਨ ਲੈ ਲੈਂਦੇ ਹਾਂ ਕਿ ਸਾਡੇ 18ਵੀਂ ਸਦੀ ਦੇ ਵਿੱਚ ਜਿਵੇਂ ਪੂਰਨ ਭਗਤ ਦਾ ਕਿੱਸਾ ਅਸਲ ਜ਼ਿੰਦਗੀ 'ਚ ਵਾਪਰ ਰਿਹਾ ਸੀ ਅਤੇ ਉਹ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਕਿੱਸਾ ਸੀ। ਤਾਂ ਜਦੋਂ ਕਿਸੇ ਲਿਖਣ ਵਾਲੇ ਨੇ ਉਹਨਾਂ ਦੀ ਕਹਾਣੀ ਲਿਖੀ, ਭਲਾ ਕਿੱਸੇ ਦੇ ਰੂਪ ਵਿੱਚ ਲਿਖੀ, ਭਲਾ ਕੋਈ ਉਹਨਾਂ 'ਤੇ ਨਾਟਕ ਲਿਖ ਦਿੰਦਾ, ਹੁਣੇ ਵੀ ਨਾਟਕ ਵੀ ਲਿਖੇ ਗਏ ਆ ਪੂਰਨ ਭਗਤ 'ਤੇ ਬਹੁਤ ਸਾਰੇ, ਤਾਂ ਉਹ ਆਪਣੇ ਆਪ ਦੇ ਵਿੱਚ ਗੰਭੀਰ ਹੈ ਅਤੇ ਪੂਰਾ ਆਪਣੇ ਆਪ ਦੇ ਵਿੱਚ ਪੂਰਾ ਹੈ ਕਿਉਂਕਿ ਉਹ ਆਪਣੇ ਆਪ 'ਚ ਪੂਰੀ ਕਹਾਣੀ ਵੀ ਬਣਦੀ ਹੈ। ਤਾਂ ਉਹ ਕਿਸੇ ਕਵੀ ਨੇ ਜਾਂ ਲੇਖਕ ਨੇ ਪੂਰਨ ਭਗਤ ਦੇ ਅਸਲੀ ਕਿੱਸੇ ਦਾ ਅਨੁਕਰਨ ਕੀਤਾ ਹੈ। ਤਾਂ ਅਨੁਕਰਨ ਦਾ ਮਤਲਬ ਅਸੀਂ ਜਿਵੇਂ ਕੱਲ੍ਹ ਪੜ੍ਹਿਆ ਸੀ ਕਿ ਅਰਸਤੂ ਅਨੁਸਾਰ ਸਿੱਧਾ ਨਕਲ ਕਰਨਾ ਨਹੀਂ ਹੁੰਦਾ, ਬਲਕਿ ਉਹਦੇ ਵਿੱਚ ਕੁਝ ਸਿਰਜਣਾ ਵੀ, ਆਪਣੀ ਵੀ ਕਲਪਨਾ ਉਹਨੇ ਉਹਦੇ ਵਿੱਚ ਪਾਈ ਹੁੰਦੀ ਹੈ। ਉਸ ਦੇ ਵਿੱਚ ਕੁਝ ਕਲਪਨਾਮਈ ਗੱਲਾਂ ਜੋੜ ਕੇ ਪਾਠਕ ਨੂੰ, ਸਰੋਤੇ ਨੂੰ ਆਪਣੇ ਨਾਲ ਜੋੜਿਆ ਹੁੰਦਾ। ਇਸੇ ਤਰ੍ਹਾਂ ਹੀ ਜਿਹੜਾ ਅਰਸਤੂ ਉਹ ਕਹਿ ਰਿਹਾ ਕਿ ਕਿਸੇ ਗੰਭੀਰ, ਆਪਣੇ ਆਪ ਦੇ ਵਿੱਚ ਨਿਸ਼ਚਿਤ ਆਯਾਮ ਵਾਲੇ ਕਾਰਜ ਦੇ ਅਨੁਕਰਨ ਦਾ ਨਾਮ ਹੈ। ਉਹ ਕਹਿਣ ਦਾ ਭਾਵ ਇਹ ਹੈ ਕਿ ਤਰਾਸਦੀ ਨਾਟਕ ਜਿਹੜਾ ਉਹ ਉਹੀ ਹੁੰਦਾ ਹੈ ਜਿਹੜਾ ਕਿ ਸਮਾਜ ਦੇ ਵਿੱਚ ਵਾਪਰੇ ਕਿਸੇ ਗੰਭੀਰ ਕਾਰਜ ਨੂੰ ਅਨੁਕਰਨ ਕਰੇ। ਤਾਂ ਅਸੀਂ ਤਰਾਸਦੀ ਬਾਰੇ ਸੰਬੰਧਿਤ ਕੁਝ ਮਹੱਤਵਪੂਰਨ ਗੱਲਾਂ ਕਰਾਂਗੇ ਜਿਹੜੀਆਂ ਕਿ ਤੁਹਾਨੂੰ ਪੇਪਰ ਦੇ ਵਿੱਚ ਆ ਜਾਂਦੀਆਂ। ਪੇਪਰ 'ਚ ਪ੍ਰਸ਼ਨ ਤੁਹਾਨੂੰ ਇਸ ਤਰ੍ਹਾਂ ਬਣਦਾ ਹੁੰਦਾ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੀਆਂ ਗੱਲਾਂ ਅਰਸਤੂ ਦੀ ਤਰਾਸਦੀ ਦੇ ਨਾਲ ਸੰਬੰਧਿਤ ਹਨ। ਤਾਂ ਜੇਕਰ ਤੁਸੀਂ ਮੈਂ ਜੋ ਤੁਹਾਡੇ ਸਾਹਮਣੇ ਤਰਾਸਦੀ ਬਾਰੇ ਕੁਝ ਖਾਸ ਗੱਲਾਂ ਲਿਖੀਆਂ ਇਹ ਤੁਹਾਡੇ ਦਿਮਾਗ ਦੇ ਵਿੱਚ ਬੈਠੀਆਂ ਹੋਣਗੀਆਂ ਤਾਂ ਤੁਸੀਂ ਉਹ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਹੱਲ ਕਰ ਲਵੋਗੇ। ਸਭ ਤੋਂ ਪਹਿਲਾਂ ਮੈਂ ਲਿਖਿਆ ਹੈ ਕਿ ਤਰਾਸਦੀ ਦਾ ਆਦਰਸ਼ਕ ਰੂਪ ਜ਼ਿੰਦਗੀ ਦੇ ਬਿਹਤਰੀਨ ਤੇ ਉਦਾਤ ਰੂਪ ਦਾ ਪ੍ਰਗਟਾਵਾ ਹੁੰਦਾ ਹੈ। ਇਸ ਤਰ੍ਹਾਂ ਲੇਖਕ ਤਰਾਸਦੀ ਰਾਹੀਂ ਆਪਣੇ ਸਮਾਜ ਦਾ ਕਲਿਆਣ ਕਰਦਾ ਹੈ। ਉਹ ਕਹਿੰਦੇ ਕਿ ਆਦਰਸ਼ਕ ਤਰਾਸਦੀ ਉਹੀ ਹੁੰਦੀ ਹੈ ਜਿਹੜੀ ਜ਼ਿੰਦਗੀ ਦੇ ਕਿਸੇ ਬਿਹਤਰੀਨ ਪੱਖ ਨੂੰ ਪੇਸ਼ ਕਰੇ। ਇੱਥੋਂ ਜਿਹੜਾ ਕਹਿਣ ਦਾ ਭਾਵ ਇਹ ਹੈ ਕਿ ਤਰਾਸਦੀ ਜਿਹੜੀ ਕਿਸੇ ਵੀ ਕਾਰਜ ਦਾ ਅਨੁਕਰਨ ਨਹੀਂ ਹੋ ਸਕਦੀ ਕਿ ਸਾਡੇ ਸਮਾਜ ਦੇ ਵਿੱਚ ਜੋ ਵੀ ਵਾਪਰ ਰਿਹਾ ਉਹੀ ਤਰਾਸਦੀ ਦਾ ਵਿਸ਼ਾ ਬਣ ਜੂਗਾ, ਨਹੀਂ, ਬਲਕਿ ਕੋਈ ਗੰਭੀਰ ਤੇ ਕੋਈ ਵਧੀਆ ਘਟਨਾ ਹੀ ਹੋਣੀ ਚਾਹੀਦੀ ਹੈ। ਇਹ ਅਰਸਤੂ ਦਾ ਮੰਨਣਾ ਹੈ। ਦੂਸਰਾ ਨੰਬਰ ਹੈ ਕਿ ਤਰਾਸਦੀ ਦਾ ਅੰਤ ਦੁਖਾਂਤਕ ਹੋਣਾ ਜ਼ਰੂਰੀ ਨਹੀਂ। ਇਹ ਸਭ ਤੋਂ ਇੰਪੋਰਟੈਂਟ ਲਾਈਨ ਹੈ, ਦੂਸਰੇ ਨੰਬਰ ਵਾਲੀ ਲਾਈਨ, ਕਿ ਤਰਾਸਦੀ ਦਾ ਅੰਤ ਦੁਖਾਂਤਕ ਹੋਣਾ ਜ਼ਰੂਰੀ ਨਹੀਂ ਹੈਗਾ। ਜਿਵੇਂ ਕਿ ਅਸੀਂ ਆਮ ਤੌਰ 'ਤੇ ਸਮਝਦੇ ਹਾਂ ਕਿ ਤਰਾਸਦੀ ਜਿਹੜੀ ਆ ਉਹ ਦੁਖਾਂਤਕ ਹੀ ਹੁੰਦੀ ਹੈ। ਫਿਰ ਤੀਜੇ ਨੰਬਰ 'ਤੇ ਉਹਨਾਂ ਨੇ ਲਿਖਿਆ ਕਿ ਤਰਾਸਦੀ ਵਿੱਚ ਕਾਰਜ ਨੂੰ ਹੂ-ਬ-ਹੂ ਦਿਖਾਉਣਾ ਜ਼ਰੂਰੀ ਨਹੀਂ ਹੈ। ਤਾਂ ਇਹ ਵੀ ਬਹੁਤ ਇੰਪੋਰਟੈਂਟ ਲਾਈਨ ਹੈ। ਜਿਵੇਂ ਕਿ ਮੰਨ ਲਓ ਪੂਰਨ ਭਗਤ ਦੇ ਕਿੱਸੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੂਰਨ ਭਗਤ ਜਿਹੜਾ ਹੈ ਉਹ ਖੂਹ ਦੇ ਵਿੱਚ ਉਹਨੂੰ ਵੱਢ ਕੇ ਸਿੱਟ ਦਿੱਤਾ ਜਾਂਦਾ ਹੈ। ਅਤੇ ਮੰਨ ਲਓ ਇਸ ਕਾਰਜ ਦਾ ਅਨੁਕਰਨ ਕਰਕੇ, ਇਸ ਕਿੱਸੇ ਦਾ ਅਨੁਕਰਨ ਕਰਕੇ ਕਿਸੇ ਨੇ ਤਰਾਸਦੀ ਲਿਖਣੀ ਹੋਵੇ, ਨਾਟਕ ਲਿਖਣਾ ਹੋਵੇ, ਤਾਂ ਉਸ ਨੂੰ ਵੱਢ ਕੇ ਖੂਹ 'ਚ ਸਿੱਟਿਆ ਦਿਖਾਉਣਾ ਜ਼ਰੂਰੀ ਨਹੀਂ ਹੁੰਦਾ, ਬਲਕਿ ਤੁਹਾਡਾ ਜਿਹੜਾ ਨਾਟਕ ਚੱਲ ਰਿਹਾ ਉਹਦੇ ਵਿੱਚੋਂ ਹੀ ਪਾਠਕਾਂ ਨੂੰ, ਦਰਸ਼ਕਾਂ ਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਕਿ ਪੂਰਨ ਭਗਤ ਨੂੰ ਖੂਹ ਦੇ ਵਿੱਚ ਸਿੱਟ ਦਿੱਤਾ ਗਿਆ ਹੈ। ਇਸ ਤਰ੍ਹਾਂ ਮੰਨ ਲਓ ਕਿਸੇ ਨੇ ਹਾਥੀ ਲੜਦੇ ਹੋਏ ਦਿਖਾਉਣੇ ਆ ਨਾਟਕ ਦੇ ਵਿੱਚ, ਤਾਂ ਉਹ ਜ਼ਰੂਰੀ ਨਹੀਂ ਕਿ ਅਸੀਂ ਹਾਥੀਆਂ ਨੂੰ ਸਟੇਜ 'ਤੇ ਹੀ ਚੜਾਉਣਾ ਹੈ,
ਤਾਂ ਉਹ ਕੁਛ ਇਸ ਤਰ੍ਹਾਂ ਦਾ ਇਸ਼ਾਰਾ ਜਿਹੜਾ ਹੈ ਉਹ ਕੀਤਾ ਹੋਣਾ ਚਾਹੀਦਾ ਲੇਖਕ ਦੁਆਰਾ ਕਿ ਦੇਖਣ ਵਾਲੇ ਆਪੇ ਹੀ ਸਮਝ ਜਾਣ। ਠੀਕ ਹੈ, ਤਾਂ ਅੱਗੇ ਤਰਾਸਦੀ ਦਾ ਕਾਰਜ ਗੰਭੀਰ ਹੋਣਾ ਚਾਹੀਦਾ। ਸੌਰੀ ਦੋਸਤੋ, ਸਾਡਾ ਘਰ ਬਿਲਕੁਲ ਅੱਡੇ ਦੇ ਨੇੜੇ ਹੋਣ ਕਰਕੇ ਇੱਥੇ ਤੁਹਾਨੂੰ ਪਾਂ ਪੀ ਦੀਆਂ ਆਵਾਜ਼ਾਂ ਸੁਣਨਗੀਆਂ, ਉਹਦੇ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ। ਤਰਾਸਦੀ ਦਾ ਕਾਰਜ ਜਿਹੜਾ ਹੈ ਗੰਭੀਰ ਹੋਣਾ ਚਾਹੀਦਾ ਹੈ। ਕਹਿਣ ਦਾ ਭਾਵ ਇਹ ਨਹੀਂ ਕਿ ਤੁਸੀਂ ਕੋਈ ਸਧਾਰਨ ਜਿਹੀ ਘਟਨਾ ਨੂੰ ਹੀ ਤਰਾਸਦੀ ਦਾ ਕਾਰਜ ਬਣਾ ਲਵੋ। ਜਿਸ ਤਰ੍ਹਾਂ ਮੰਨ ਲਓ ਅੱਜ ਕੱਲ੍ਹ ਵੋਟਾਂ ਦਾ ਮਾਹੌਲ ਹੈ ਅਤੇ ਨੀਟੂ ਸ਼ਟਰਾ ਵਾਲੇ ਦੀਆਂ ਕਿੰਨੀਆਂ ਹੀ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ, ਤਾਂ ਹੁਣ ਜਿਹੜੀਆਂ ਹਲਕੀਆਂ ਫੁਲਕੀਆਂ ਉਹ ਗੱਲਾਂ ਕਰਦਾ ਤਾਂ ਉਹਦੀ ਕਹਾਣੀ ਨੂੰ ਲੈ ਕੇ ਜਿਹੜੀ ਹੈ ਤਰਾਸਦੀ ਨਹੀਂ ਲਿਖੀ ਜਾ ਸਕਦੀ। ਮੰਨ ਲਓ ਉਹਦੇ ਨਾਲ ਆਪਾਂ ਨਹੀਂ ਚਾਹੁੰਦੇ, ਮੰਨ ਲਓ ਕਿਸੇ ਨਾਲ ਕੋਈ ਵੱਡਾ ਦੁਖਾਂਤ ਜਾਂ ਕੋਈ ਗੰਭੀਰ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦਾ ਵਿਸ਼ਾ ਜ਼ਰੂਰ ਤਰਾਸਦੀ ਦਾ ਵਿਸ਼ਾ ਹੋ ਸਕਦਾ ਹੈ। ਠੀਕ, ਤਾਂ ਅੱਗੇ ਅਸੀਂ ਪੜ੍ਹਾਂਗੇ ਜੀ ਤਰਾਸਦੀ ਦਾ ਉਦੇਸ਼ ਕੀ ਹੈ। ਹੁਣ ਤਰਾਸਦੀ ਜਿਹੜੀ ਹੈ, ਜਿਵੇਂ ਕਿ ਅਰਸਤੂ ਕਹਿ ਰਿਹਾ ਹੈ ਕਿ ਉਹ ਬਹੁਤ ਗੰਭੀਰ ਹੋਣੀ ਚਾਹੀਦੀ ਹੈ, ਸਮਾਜ ਲਈ ਕਲਿਆਣਕਾਰੀ ਹੋਣੀ ਚਾਹੀਦੀ ਹੈ, ਤਾਂ ਇਹਦਾ ਮਤਲਬ ਕਿ ਉਹਦਾ ਕੋਈ ਉਦੇਸ਼ ਵੀ ਵੱਡਾ ਹੀ ਹੋਣਾ ਚਾਹੀਦਾ। ਤਾਂ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਲਾਈਨ ਜਿਹੜੀ ਕਿ ਤਰਾਸਦੀ ਦੀ ਪਰਿਭਾਸ਼ਾ ਦੇ ਵਿੱਚ ਵੀ ਉਹਨੇ ਦਿੱਤੀ ਹੋਈ ਹੈ ਕਿ ਤਰਾਸ ਅਤੇ ਕਰੁਣਾ ਦੇ ਭਾਵ ਜਗਾ ਕੇ ਇਹਨਾਂ ਮਨੋਵਿਕਾਰਾਂ ਦਾ ਵਿਰੇਚਨ ਕਰਨਾ। ਤਾਂ ਜਿਹੜੇ ਦੋਸਤਾਂ ਨੇ ਪਹਿਲੀਆਂ 2 ਵੀਡੀਓਜ਼ ਦੇਖੀਆਂ ਹੋਣਗੀਆਂ ਉਹਨਾਂ ਨੂੰ ਵਿਰੇਚਨ ਦਾ ਮਤਲਬ ਵੀ ਪਤਾ ਹੈ ਅਤੇ ਅਨੁਕਰਨ ਦਾ ਮਤਲਬ ਵੀ ਪਤਾ ਹੈ। ਹੁਣ ਜਦੋਂ ਸਮਾਜ 'ਚ ਕੋਈ ਘਟਨਾ ਵਾਪਰਦੀ ਹੈ, ਲੇਖਕ ਉਹਦਾ ਅਨੁਕਰਨ ਕਰਕੇ ਉਹਦਾ ਨਾਟਕ ਲਿਖ ਦੂਗਾ। ਨਾਟਕ ਦੇਖ ਕੇ ਸਾਡੇ ਮਨ ਦੇ ਵਿੱਚ ਜਿਹੜੇ ਡਰ ਅਤੇ ਕਰੁਣਾ ਦੇ ਭਾਵ ਆਉਣਗੇ, ਤਰਾਸ ਦੇ ਭਾਵ ਆਉਣਗੇ, ਤਾਂ ਸਾਡੇ ਮਨ 'ਚੋਂ ਮਨੋਵਿਕਾਰ ਸਾਡੇ ਰੋਣ ਰਾਹੀਂ, ਗੁੱਸੇ ਰਾਹੀਂ ਵਹਿ ਜਾਣਗੇ। ਤਾਂ ਇਹਦਾ ਮਤਲਬ ਕਿ ਸਾਡੇ ਮਨੋਵਿਕਾਰਾਂ ਦਾ ਵਿਰੇਚਨ ਕਰਨਾ ਹੀ ਤਰਾਸਦੀ ਦਾ ਉਦੇਸ਼ ਹੈ। ਠੀਕ ਹੈ, ਤਰਾਸਦੀ ਫਿਰ ਉਹਦੇ ਬਾਰੇ ਕੁਝ ਗੱਲਾਂ ਨੇ। ਤਰਾਸਦੀ ਕਾਰਜ ਦਾ ਅਨੁਕਰਨ ਹੈ। ਕਾਰਜ ਮਤਲਬ ਜੋ ਜ਼ਿੰਦਗੀ ਦੇ ਵਿੱਚ ਵਾਪਰ ਰਿਹਾ ਹੈ, ਜੋ ਘਟਨਾਵਾਂ ਵਾਪਰ ਰਹੀਆਂ ਨੇ ਜਿਹੜੀਆਂ ਸਾਡੇ ਲਈ ਸਮਝਣ ਯੋਗ ਨੇ। ਦੂਜਾ ਹੈ ਇਹ ਕਾਰਜ ਆਪਣੇ ਆਪ ਵਿੱਚ ਪੂਰਾ, ਗੰਭੀਰ, ਉਦਾਤ ਅਤੇ ਤਰਾਸਦੀ ਦੀ ਗੌਰਵਮਈ ਅਹਿਮੀਅਤ ਨਾਲ ਢੁਕਵਾਂ ਹੋਣਾ ਚਾਹੀਦਾ ਹੈ। ਉਹ ਕਹਿੰਦੇ ਕਿ ਇਹ ਨਹੀਂ ਕਿ ਤੁਸੀਂ ਕਿਸੇ ਵੀ ਘਟਨਾ ਨੂੰ, ਕਿਸੇ ਘਟਨਾ ਦਾ ਇੱਕ ਸਿਰਾ ਜਾਂ ਲੱਭ ਕੇ ਅਤੇ ਉਹਨੂੰ ਤਰਾਸਦੀ ਦੇ ਵਿੱਚ ਦਿਖਾ ਦਿਓ। ਨਹੀਂ, ਉਹ ਗੰਭੀਰ ਹੋਣਾ ਚਾਹੀਦਾ, ਪੂਰਾ ਹੋਣਾ ਚਾਹੀਦਾ, ਤਾਂ ਕਿ ਵੇਖਣ ਵਾਲਿਆਂ ਨੂੰ ਉਸ ਘਟਨਾ ਦੀ ਪੂਰੀ ਸਮਝ ਪਵੇ ਅਤੇ ਉਹਨਾਂ ਦੇ ਮਨ ਦੇ ਵਿੱਚ ਕੁਝ ਨਵੇਂ ਵਿਚਾਰ ਆਉਣ। ਉਹਨਾਂ ਦੇ ਮਨ 'ਚ ਜੇਕਰ ਕੋਈ ਦਇਆ ਭਾਵਨਾ, ਤਰਾਸ ਦੇ ਇਸ ਤਰ੍ਹਾਂ ਦੇ ਕੋਈ ਮਨ ਦੇ ਵਿੱਚ ਟੈਨਸ਼ਨ ਹੈ ਤਾਂ ਉਹ ਸਾਰੀ ਵਹਿ ਜੇ ਤਾਂ ਉਹਨਾਂ ਦਾ ਵਿਰੇਚਨ ਹੋ ਜੇ। ਤੀਜਾ ਨੰਬਰ ਹੈ ਕਿ ਇਸ ਕਾਰਜ ਦਾ ਸਿੱਧਾ ਵਰਣਨ ਨਹੀਂ ਹੁੰਦਾ, ਸਗੋਂ ਅਦਾਕਾਰੀ ਦੇ ਪ੍ਰਦਰਸ਼ਨ ਰਾਹੀਂ ਹੁੰਦਾ। ਤਾਂ ਦੇਖੋ ਵੀ ਤਰਾਸਦੀ ਦਾ ਜਿਹੜਾ ਲੇਖਕ ਹੈ ਉਹ ਇਹ ਨਹੀਂ ਕਿ ਸਿੱਧਾ ਹੀ ਭਾਸ਼ਣ ਦੇ ਰੂਪ ਵਿੱਚ ਹੀ ਲਿਖ ਦੂਗਾ ਕਿ ਉੱਥੇ ਐਂ ਹੋਇਆ ਸੀ, ਐਂ ਹੋਇਆ ਸੀ। ਜਿੰਨੀਆਂ ਵੀ ਘਟਨਾਵਾਂ, ਜਿਵੇਂ ਮਹਾਭਾਰਤ ਦੀ ਘਟਨਾ ਵਾਪਰੀ ਹੋਈ ਹੈ, ਰਾਮਾਇਣ ਵਾਪਰੀ ਹੋਈ ਹੈ, ਜਾਂ ਹੋਰ ਵੀ ਹੀਰ ਦਾ ਕਿੱਸਾ ਵਾਪਰਿਆ ਹੋਇਆ, ਤਾਂ ਉਹਦੇ ਵਿੱਚ ਵਾਰਿਸ ਸ਼ਾਹ ਹੋਰਾਂ ਨੇ ਸਿੱਧਾ ਹੀ ਭਾਸ਼ਣ ਨਹੀਂ ਸਾਨੂੰ ਦਿੱਤੇ, ਬਲਕਿ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ। ਇੱਕ ਗੱਲ ਯਾਦ ਰੱਖਣੀ ਕਿ ਵਾਰਿਸ ਸ਼ਾਹ ਨੇ ਚਲੋ ਕਿੱਸਾ ਲਿਖਿਆ ਸੀ, ਪਰ ਅਸੀਂ ਜਿਹੜਾ ਹੈ ਉਹ ਤਰਾਸਦੀ ਨਾਟਕ ਦੀ ਗੱਲ ਕਰ ਰਹੇ ਹਾਂ। ਤਾਂ ਜਿਹੜੇ ਨਾਟਕਕਾਰ ਹੈ ਉਹ ਸਿੱਧਾ ਭਾਸ਼ਣ ਨਹੀਂ ਦਿੰਦੇ, ਸਗੋਂ ਜਿਹੜਾ ਹੈ ਅਦਾਕਾਰੀ ਦੇ ਪ੍ਰਦਰਸ਼ਨ ਰਾਹੀਂ ਸਾਨੂੰ ਗੱਲਾਂ ਦੱਸਦੇ ਆ। ਤਾਂ ਚੌਥਾ ਉਹਨੇ ਲਿਖਿਆ ਕਿ ਭਾਸ਼ਾ ਛੰਦ ਅਤੇ ਲੈ ਨਾਲ ਅਲੰਕਰਿਤ ਹੋਣੀ ਚਾਹੀਦੀ। ਉਹ ਕਹਿੰਦੇ ਵੀ ਭਾਸ਼ਾ ਵੀ ਸਿੱਧ ਪੱਧਰੀ ਨਹੀਂ ਵਰਤੀ ਹੋਣੀ ਚਾਹੀਦੀ, ਇਹ ਅਲੰਕਾਰ, ਛੰਦ, ਲੈ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਆ, ਸੋਹਣੀ ਖੂਬਸੂਰਤ ਭਾਸ਼ਾ ਹੋਣੀ ਚਾਹੀਦੀ ਹੈ। ਤਾਂ ਹੁਣ ਵੀਡੀਓ ਦਾ ਬਹੁਤ ਇੰਪੋਰਟੈਂਟ ਪਾਰਟ ਆ ਗਿਆ ਹੈ, ਤਰਾਸਦੀ ਦੇ ਅੰਗ। ਤਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਤਰਾਸਦੀ ਦੇ 6 ਅੰਗ ਹੁੰਦੇ ਆ। ਇਹ ਪ੍ਰਸ਼ਨ ਪੇਪਰ ਦੇ ਵਿੱਚ ਬਹੁਤ ਵਾਰੀ ਆ ਚੁੱਕਿਆ ਹੈ ਕਿ ਅਰਸਤੂ ਦੁਆਰਾ ਤਰਾਸਦੀ ਦੇ ਕਿੰਨੇ ਅੰਗ ਦੱਸੇ ਗਏ, ਤਾਂ ਤੁਸੀਂ ਯਾਦ ਰੱਖਣਾ ਹੈ ਕਿ 6 ਅੰਗ ਦੱਸੇ ਗਏ ਆ। ਠੀਕ ਹੈ, ਇਹਦੇ ਵਿੱਚੋਂ ਕੁਝ ਅਨੁਕਰਨ ਦੇ ਵਿਸ਼ੇ ਹੁੰਦੇ ਆ, ਕੁਝ ਅਨੁਕਰਨ ਦਾ ਜ਼ਰੀਆ ਹੁੰਦੇ ਆ ਅਤੇ ਕੁਝ ਅਨੁਕਰਨ ਦਾ ਢੰਗ ਹੁੰਦੇ ਆ। ਤਾਂ ਉਹਦੇ ਬਾਰੇ ਮੈਂ ਫਿਰ ਕਿਸੇ ਦਿਨ ਜਦੋਂ ਅਰਸਤੂ ਬਾਰੇ ਜਦੋਂ ਅਸੀਂ ਅਖੀਰਲੀ ਵੀਡੀਓ ਬਣਾਵਾਂਗੇ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂਗੀ। ਤਾਂ ਤੁਸੀਂ ਹੁਣ ਸਿਰਫ ਇਹ ਗੱਲ ਯਾਦ ਰੱਖਣੀ ਹੈ ਕਿ ਤਰਾਸਦੀ ਦੇ ਅੰਗ 6 ਹੁੰਦੇ ਆ: ਕਥਾਨਕ, ਚਰਿੱਤਰ ਚਿੱਤਰਨ, ਪਦ ਰਚਨਾ, ਵਿਚਾਰ ਚਰਚਾ, ਦ੍ਰਿਸ਼ ਵਿਧਾਨ ਅਤੇ ਗੀਤ। ਠੀਕ ਹੈ, ਅਤੇ ਇਹਨਾਂ ਨੂੰ ਲੜੀਵਾਰ ਹੀ ਤੁਸੀਂ ਯਾਦ ਰੱਖਣਾ ਅਤੇ ਲੜੀਵਾਰ ਹੀ ਇਹਨਾਂ ਦੀ ਮਹੱਤਤਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਜੀ ਕਥਾਨਕ ਬਾਰੇ। ਤਾਂ ਤੁਸੀਂ ਇਹ ਗੱਲ ਯਾਦ ਰੱਖਣੀ ਆ ਕਿ ਕਥਾਨਕ ਦਾ ਮਤਲਬ ਹੁੰਦਾ ਘਟਨਾਕ੍ਰਮ, ਕਿ ਕਿਸੇ ਨਾਟਕ ਦੇ ਵਿੱਚ ਇੱਕ ਘਟਨਾ ਵਾਪਰੀ। ਮੰਨ ਲਓ ਪਹਿਲਾਂ ਨਾਇਕ ਦਾ ਜਨਮ ਹੋਇਆ, ਮੈਂ ਸਿਰਫ ਉਦਾਹਰਨ ਦੇ ਰਹੀ ਹਾਂ। ਪਹਿਲਾਂ ਨਾਟਕ ਦਾ ਨਾਇਕ ਦਾ ਜਨਮ ਹੋਇਆ। ਜਨਮ ਹੋਣ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਲੜਾਈ ਪੈ ਗਈ, ਉਹਨਾਂ ਦਾ ਰਾਜ ਭਾਗ ਖੁੱਸ ਗਿਆ। ਫਿਰ ਉਹ ਵੱਡਾ ਹੁੰਦਾ ਏ, ਫਿਰ ਵੱਡਾ ਹੋ ਕੇ ਉਹ ਲੜਾਈ ਕਰਕੇ ਵਾਪਸ ਆਪਣਾ ਰਾਜ ਭਾਗ ਪ੍ਰਾਪਤ ਕਰ ਲੈਂਦਾ ਏ। ਤਾਂ ਇਹ ਜਿਹੜੀ ਪੂਰੀ ਘਟਨਾ ਦੀ ਲੜੀ ਬਣੀ ਆ, ਇਸ ਨੂੰ ਅਸੀਂ ਕਥਾਨਕ ਕਹਿੰਦੇ ਹਾਂ। ਤਾਂ ਜਿਹੜਾ ਅਰਸਤੂ ਹੈ ਉਸਨੇ ਇੰਪੋਰਟੈਂਸ ਜਿਹੜੀ ਦਿੱਤੀ ਆ ਉਹ ਕਥਾਨਕ ਨੂੰ ਦਿੱਤੀ ਹੈ। ਉਹ ਕਹਿੰਦਾ ਕਥਾਨਕ ਸਭ ਤੋਂ ਵੱਧ ਇੰਪੋਰਟੈਂਟ ਹੁੰਦਾ ਹੈ। ਅਤੇ ਉਹਨਾਂ ਨੇ ਇਹਨੂੰ ਕੀ ਕਿਹਾ ਹੈ ਕਿ ਤਰਾਸਦੀ ਦੀ ਆਤਮਾ ਹੈ। ਇਹ ਪ੍ਰਸ਼ਨ ਵੀ ਬਹੁਤ ਵਾਰੀ ਪੇਪਰ ਦੇ ਵਿੱਚ ਪਿਛਲੇ ਸਾਲਾਂ 'ਚ ਆ ਚੁੱਕਿਆ
ਕਿ ਅਰਸਤੂ ਦੁਆਰਾ ਕਾਵ ਦੀ ਆਤਮਾ ਜਾਂ ਤਰਾਸਦੀ ਦੀ ਆਤਮਾ ਕਿਸ ਨੂੰ ਕਿਹਾ ਗਿਆ, ਤਾਂ ਤੁਸੀਂ ਯਾਦ ਰੱਖਣਾ ਵੀ ਕਥਾਨਕ ਨੂੰ ਕਿਹਾ ਗਿਆ ਹੈ। ਠੀਕ ਹੈ, ਤਾਂ ਸਭ ਤੋਂ ਮਹੱਤਵਪੂਰਨ ਤੱਤ ਮੰਨਿਆ ਗਿਆ ਹੈ। ਦੋਸਤੋ ਜਿਹੜੀ ਗੱਲ ਮੈਂ ਨਹੀਂ ਵੀ ਬੋਲ ਰਹੀ ਤੇ ਤੁਹਾਨੂੰ ਸਕਰੀਨ 'ਤੇ ਜੇਕਰ ਦਿਸ ਰਹੀ ਹੈ ਤਾਂ ਤੁਸੀਂ ਉਸਨੂੰ ਆਪਣੀ ਕਾਪੀ 'ਤੇ ਜ਼ਰੂਰ ਉਤਾਰ ਲੈਣਾ ਹੈ। ਠੀਕ, ਤੇ ਇੱਕ ਹੋਰ ਮੈਂ ਗੱਲ ਤੁਹਾਨੂੰ ਕਹਿ ਦੇਵਾਂ ਕਿ ਜਿਹੜੇ ਦੋਸਤ ਪੂਰੀ ਵੀਡੀਓ ਵੇਖਦੇ ਹੋ ਇਹ ਗੱਲ ਜ਼ਰੂਰ ਲਿਖਿਆ ਕਰਨ ਕਿ ਅਸੀਂ ਇਸ ਵੀਡੀਓ ਨੂੰ ਪੂਰਾ ਵੇਖਿਆ ਹੈ। ਚਲੋ ਜੇ ਤੁਸੀਂ ਨਾ ਵੀ ਲਿਖੋਗੇ ਫਿਰ ਵੀ ਇਹ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਵੀਡੀਓਜ਼ ਨੂੰ ਪੂਰਾ ਦੇਖੋ, ਕਿਉਂਕਿ ਕੋਈ ਸੰਕਲਪ ਪੂਰਾ ਸਮਝ ਕੇ ਹੀ ਤੁਹਾਡੇ ਪੱਲੇ ਪਵੇਗਾ। ਤਾਂ ਕਥਾਨਕ ਦੇ 6 ਗੁਣ ਦੱਸੇ ਉਹਨਾਂ ਨੇ, ਇਹ ਤੁਸੀਂ ਧਿਆਨ ਨਾਲ ਸੁਣ ਲੈਣੇ ਆ ਕਿ ਕਥਾਨਕ ਕਿਹੋ ਜਿਹਾ ਹੋਣਾ ਚਾਹੀਦਾ। ਉਹਦੇ ਵਿੱਚ ਏਕਤਾ, ਪੂਰਨਤਾ, ਸੰਭਾਵਿਤਾ, ਸਹਿਜ ਵਿਕਾਸ, ਹੈਰਤ ਤੇ ਸਧਾਰਨੀਕਰਨ ਹੋਣੇ ਚਾਹੀਦੇ ਆ। ਹੁਣ ਮੈਂ ਬਹੁਤ ਸੰਖੇਪ ਦੇ ਵਿੱਚ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਹਨਾਂ 6 ਦਾ ਮਤਲਬ ਕੀ ਆ। ਇਹਨਾਂ 6 ਦਾ ਮਤਲਬ ਹੈਗਾ ਹੈ ਜੀ, ਏਕਤਾ ਦਾ ਮਤਲਬ ਹੈਗਾ ਹੈ ਕਿ ਜਿਹੜੀਆਂ ਘਟਨਾਵਾਂ ਲੇਖਕ ਨੇ ਵਿੱਚ ਲਿਖੀਆਂ ਨੇ ਉਹ ਇੱਕ ਦੂਜੇ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ। ਵੀ ਉਹਨਾਂ ਜੇ ਮੰਨ ਲਓ 7 ਘਟਨਾਵਾਂ ਪੂਰੀ ਇੱਕ ਤਰਾਸਦੀ ਦੇ ਵਿੱਚ ਆਉਂਦੀਆਂ ਅਤੇ ਜੇ ਉਹਦੇ ਵਿੱਚੋਂ 5ਵੀਂ ਘਟਨਾ ਕੱਢ ਦਿੱਤੀ ਜਾਵੇ ਤਾਂ ਪੂਰੀ ਦੀ ਪੂਰੀ ਤਰਾਸਦੀ ਦਾ ਮਤਲਬ ਹੀ ਬਦਲ ਜਾਵੇ। ਮਤਲਬ ਘਟਨਾਵਾਂ ਇੱਕ ਦੂਜੇ ਨਾਲ ਇਸ ਤਰ੍ਹਾਂ ਏਕਾ ਕੀਤਾ ਹੋਵੇ ਘਟਨਾਵਾਂ ਨੇ ਕਿ ਹਰੇਕ ਘਟਨਾ ਦੀ ਇਕੁਅਲ ਇੰਪੋਰਟੈਂਸ ਹੋਣੀ ਚਾਹੀਦੀ ਹੈ। ਜੇ ਵਿੱਚੋਂ ਮੰਨ ਲਓ ਨਾਇਕ ਦੇ ਜੀਵਨ ਦਾ ਕੋਈ ਇੱਕ ਅੰਗ ਪਰਾਂ ਕਰਤਾ ਤਾਂ ਸਾਨੂੰ ਪੂਰੀ ਤਰਾਸਦੀ ਦੀ ਸਮਝ ਨਾ ਲੱਗੇ, ਇਸ ਤਰ੍ਹਾਂ ਦਾ ਕਥਾਨਕ ਲਿਖਿਆ ਹੋਣਾ ਚਾਹੀਦਾ ਹੈ। ਤਾਂ ਤੁਸੀਂ ਪੜ੍ਹਦੇ ਪੜ੍ਹਦੇ ਭੁੱਲ ਨਾ ਜਾਵੋ, ਮੈਂ ਫੇਰ ਤੁਹਾਨੂੰ ਯਾਦ ਕਰਵਾ ਦੇਵਾਂ ਕਿ ਅਸੀਂ ਤਰਾਸਦੀ ਦੇ ਅੰਗ ਪੜ੍ਹ ਰਹੇ ਹਾਂ ਤਾਂ ਤਰਾਸਦੀ ਦੇ ਪਹਿਲੇ ਅੰਗ ਕਥਾਨਕ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਦੂਸਰਾ ਪੁਆਇੰਟ ਲਿਖਿਆ ਹੋਇਆ ਤੁਹਾਡੇ ਸਾਹਮਣੇ ਪੂਰਨਤਾ, ਤੇ ਪੂਰਨਤਾ ਦੇ ਵਿੱਚ ਵੀ ਇਹੀ ਹੈ ਕਿ ਤਰਾਸਦੀ ਪੂਰੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਕੋਈ ਅੱਧ ਬਚੱਦੀ ਘਟਨਾ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇ ਤੇ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਇਹ ਨਾਟਕ ਅਸਲ ਦੇ ਵਿੱਚ ਹੈ ਕੀ ਸੀ। ਉਹਦਾ ਆਦ, ਮੱਧ ਤੇ ਅੰਤ ਪੂਰਾ ਸਾਰਾ ਹੋਣਾ ਚਾਹੀਦਾ ਹੈ। ਫਿਰ 3 ਨੰਬਰ ਦੇ ਵਿੱਚ ਸੰਭਾਵਿਤਾ। ਸੰਭਾਵਿਤਾ ਦਾ ਮਤਲਬ ਇਹ ਹੈ ਕਿ ਜ਼ਰੂਰੀ ਨਹੀਂ ਜੋ ਘਟਨਾਵਾਂ ਪਹਿਲਾਂ ਵਾਪਰ ਗਈਆਂ ਤਰਾਸਦੀ ਦੇ ਲੇਖਕ ਨੇ ਸਿਰਫ ਉਹੀ ਲਿਖਣੀਆਂ, ਬਲਕਿ ਉਹ ਘਟਨਾਵਾਂ ਵੀ ਲਿਖ ਸਕਦਾ ਹੈ ਜਿਹੜੀਆਂ ਵਾਪਰਨ ਦੀ ਸੰਭਾਵਨਾ ਸੀ, ਕਿਉਂਕਿ ਉਹਨੇ ਕਿਹੜਾ ਹੂਬਹੂ ਨਕਲ ਕਰਨੀ ਹੈ, ਉਹਨੇ ਅਨੁਕਰਨ ਕਰਨਾ ਹੈ। ਅਤੇ ਅਨੁਕਰਨ ਦਾ ਮਤਲਬ ਅਸੀਂ ਜਿਵੇਂ ਕੱਲ੍ਹ ਹੀ ਪੜ੍ਹਿਆ ਸੀ ਕਿ ਅਨੁਕਰਨ ਦਾ ਮਤਲਬ ਸਿਰਜਣਾ ਵੀ ਹੁੰਦਾ, ਕੁਛ ਆਪਣੇ ਵੱਲੋਂ ਕਲਪਨਾ ਦੇ ਨਾਲ ਜੋੜਨਾ। ਠੀਕ, ਤੇ ਅੱਗੇ ਹੈ ਸਹਿਜ ਵਿਕਾਸ। ਸਹਿਜ ਵਿਕਾਸ ਦਾ ਮਤਲਬ ਇਹ ਹੈ ਕਿ ਘਟਨਾਵਾਂ ਬਹੁਤ ਸਹਿਜ ਰੂਪ ਦੇ ਵਿੱਚ ਵਾਪਰਨੀਆਂ ਚਾਹੀਦੀਆਂ। ਇਹ ਨਾ ਲੱਗੇ ਕਿ ਉਹ ਬਣਾਉਟੀ ਜੀ ਕਹਾਣੀ ਲੱਗੇ। ਕਈ ਵਾਰੀ ਕਿਸੇ ਨਾਟਕਾਂ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਬਹੁਤ ਓਵਰ ਐਕਟਿੰਗ ਕਰ ਰਹੇ ਆ, ਜਿਵੇਂ ਕਿ ਟੀਵੀ ਸੀਰੀਅਲ, ਹਿੰਦੀ ਟੀਵੀ ਸੀਰੀਅਲਾਂ ਦੇ ਵਿੱਚ ਖਾਸ ਕਰਕੇ ਹੁੰਦਾ ਹੈ ਕਿ ਉਹ ਘਟਨਾ ਵਾਪਰ ਵੀ ਨਹੀਂ ਸਕਦੀ ਹੁੰਦੀ ਅਤੇ ਉਹਨਾਂ ਨੇ ਸਾਡੇ ਸਾਹਮਣੇ ਦਿਖਾਤੀ ਹੁੰਦੀ ਹੁੰਦੀ, ਜਿਵੇਂ ਬੰਦਾ ਉੱਡ ਗਿਆ ਜਾਂ ਜੋ ਵੀ ਉਹ ਘਟਨਾਵਾਂ ਆਪਾਂ ਦੇਖਦੇ ਹਾਂ ਦਿਖਾਉਂਦੇ ਆ ਤਾਂ ਉਹ ਬਹੁਤ ਬਣਾਉਟੀ ਲੱਗਦੀਆਂ, ਤਾਂ ਉਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ। 5ਵੇਂ ਨੰਬਰ 'ਤੇ ਉਹਨੇ ਕਿਹਾ ਹੈਰਤ। ਹੈਰਤ ਦਾ ਮਤਲਬ ਹੁੰਦਾ ਹੈਰਾਨ ਹੋਣਾ, ਕਿ ਘਟਨਾਵਾਂ ਇਸ ਤਰ੍ਹਾਂ ਵਾਪਰਨ ਕਿ ਜਿਹੜਾ ਨਾਟਕ ਬੰਦਾ ਵੇਖ ਰਿਹਾ ਉਸਦਾ ਮੂੰਹ ਟੱਡਿਆ ਹੀ ਰਹਿ ਜਾਵੇ, ਉਸਨੂੰ ਲੱਗੇ ਕਿ ਅੱਛਾ ਇਸ ਤਰ੍ਹਾਂ ਵੀ ਹੋ ਸਕਦਾ ਸੀ ਇਸ ਨਾਟਕ ਦੇ ਵਿੱਚ, ਕਿ ਅਸੀਂ ਅੰਦਾਜ਼ਾ ਹੀ ਨਾ ਲਾ ਸਕੀਏ। ਸਧਾਰਨੀਕਰਨ ਦਾ ਮਤਲਬ ਹੈ ਦੋਸਤੋ, ਕੱਲ੍ਹ ਜਿਵੇਂ ਅਨੁਕਰਨ ਵਾਲੀ ਵੀਡੀਓ ਜਿਹਨੇ ਨਹੀਂ ਦੇਖੀ ਜ਼ਰੂਰ ਦੇਖਣ, ਉਹਦੇ ਵਿੱਚ ਮੈਂ ਦੱਸਿਆ ਸੀ ਕਿ ਸਰਵ ਵਿਆਪਕ ਸੱਚ ਹੁੰਦਾ ਇੱਕ ਤੇ ਇੱਕ ਵਿਸ਼ੇਸ਼ ਸੱਚ ਹੁੰਦਾ। ਤਾਂ ਸਧਾਰਨੀਕਰਨ ਦਾ ਸੰਬੰਧ ਹੈਗਾ ਸਰਵ ਵਿਆਪਕ ਸੱਚ ਦੇ ਨਾਲ, ਤੇ ਸਰਵ ਵਿਆਪਕ ਸੱਚ ਜਿਹੜਾ ਉਹ ਸਾਰਿਆਂ ਦੇ ਲਈ ਹੁੰਦਾ। ਇਸ ਲਈ ਵੀ ਤਰਾਸਦੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਭਲਾ ਕਿਸੇ ਵੀ ਦੇਸ਼ ਦੇ ਵਿੱਚ ਲਿਖੀ ਜਾਵੇ ਪਰ ਉਹਦਾ ਜਿਹੜਾ ਮਹੱਤਵ ਹੈ ਉਹ ਸਾਰਿਆਂ ਲਈ ਇਕੁਅਲ ਹੋਵੇ, ਸਾਰਿਆਂ ਨੂੰ ਇੱਕੋ ਜਿਹਾ ਲੱਗਦਾ ਹੋਵੇ। ਜਿਵੇਂ ਮਹਾਭਾਰਤ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਦੇਖੀ ਜਾਊਗੀ ਤਾਂ ਉਹਨਾਂ ਸਾਰਿਆਂ ਨੂੰ ਆਨੰਦ ਆਊਗਾ। ਉਸ ਤਰ੍ਹਾਂ ਹੀਰ ਦਾ ਕਿੱਸਾ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਪੜ੍ਹਿਆ ਜਾਊਗਾ ਤਾਂ ਸਭ ਨੂੰ ਆਨੰਦ ਆਊਗਾ। ਬਿਲਕੁਲ ਉਸੇ ਤਰ੍ਹਾਂ ਇਹ ਸਧਾਰਨੀਕਰਨ ਉਹਦੇ ਵਿਸ਼ੇ ਦਾ ਹੋ ਜਾਣਾ ਚਾਹੀਦਾ। ਅਤੇ ਹੋਰ ਕਥਾਨਕ ਦੇ ਉਹਨੇ ਕਿਹੜੇ ਗੁਣ ਕਹੇ ਆ ਜਾਂ ਕਿਹੜੀਆਂ ਗੱਲਾਂ ਕਹੀਆਂ, ਉਹਦੇ ਵਿੱਚ ਉਹ ਕਹਿੰਦਾ ਕਿ ਕਥਾਨਕ ਜ਼ਿਆਦਾ ਲੰਮਾ ਨਹੀਂ ਹੋਣਾ ਚਾਹੀਦਾ। ਲੰਮਾ ਮਤਲਬ ਇਹ ਨਹੀਂ ਕਿ ਇੰਨਾ ਲੰਮਾ ਤੁਸੀਂ ਉਸ ਤਰਾਸਦੀ ਨੂੰ ਖਿੱਚ ਲਵੋ ਕਿ ਸਾਨੂੰ ਲੱਗੇ ਕਿ ਇਹਨਾਂ ਘਟਨਾਵਾਂ ਦਾ ਕੋਈ ਮਤਲਬ ਤਾਂ ਹੈ ਨਹੀਂ, ਕਿ ਅਸੀਂ ਪਿਛਲੀਆਂ ਘਟਨਾਵਾਂ ਹੀ ਭੁੱਲ ਜਾਈਏ, ਵੀ ਐਡਾ ਹੀ ਲੰਮਾ ਹੋਵੇ 24 ਘੰਟਿਆਂ ਦਾ ਅਤੇ ਸਾਨੂੰ ਯਾਦ ਹੀ ਨਾ ਰਹੇ ਕਿ ਇਹ ਕੀ ਸੀਗਾ ਅਸਲ ਦੇ ਵਿੱਚ। ਅਤੇ ਫਿਰ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਛੋਟਾ ਵੀ ਨਹੀਂ ਹੋਣਾ ਚਾਹੀਦਾ, ਵੀ ਇੰਨਾ ਹੀ ਛੋਟਾ ਹੋਵੇ ਵੀ ਤੁਸੀਂ ਗੱਲ ਨੂੰ ਪੂਰਾ ਨਿਬੇੜੋ ਹੀ ਨਾ, ਬਲਕਿ ਗੱਲ ਜਿਹੜੀ ਹੈ ਪੂਰੀ ਉਹ ਤੁਹਾਡੀ ਨਾਇਕ ਦੀ ਜ਼ਿੰਦਗੀ ਜੇਕਰ ਉਹ ਬਦਲਣਾ ਚਾਹੁੰਦਾ ਐਂਡ 'ਤੇ ਤਾਂ ਉਹ ਪੂਰੀ ਬਦਲ ਜਾਵੇ। ਠੀਕ ਹੈ, ਫਿਰ ਕਾਰਜ ਦੀ ਏਕਤਾ ਹੋਣੀ ਚਾਹੀਦੀ ਹੈ, ਇਹ ਉਹੀ ਰਿਪੀਟ ਹੋਇਆ ਪੁਆਇੰਟ। ਫਿਰ ਘਟਨਾ ਵਿੱਚੋਂ ਘਟਨਾ ਨਿਕਲਣੀ ਚਾਹੀਦੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਕਿਹਾ ਕਿ ਸੰਭਾਵਤ ਹੀ ਚੱਲਣਾ ਚਾਹੀਦਾ। ਇਹ ਨਾ ਹੋਵੇ ਵੀ ਤੁਸੀਂ ਐਵੇਂ ਬਣਾਉਟੀ ਘਟਨਾ ਲਿਆ ਕੇ ਜੋੜ ਦੇਵੋ ਵੀ ਨਾਇਕ ਦੀ ਜ਼ਿੰਦਗੀ ਚੱਲੀ ਕੀ ਜਾਂਦਾ ਸੀ, ਤੁਸੀਂ ਤੀਜਾ ਬੰਦਾ ਵਿੱਚ ਲਿਆ ਕੇ ਵਾੜ ਦਿਓ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਸੀਗਾ ਕਿ ਇਹ ਕਿੱਥੋਂ ਆ ਗਿਆ। ਸਹਿਜ ਘਟਨਾ ਵਾਪਰਨੀ ਚਾਹੀਦੀ ਹੈ ਤਾਂ ਕਿ ਉਹ ਨੈਚੁਰਲ ਲੱਗੇ। ਠੀਕ, ਫਿਰ ਜਿਹੜੀ ਹੈ 3 ਪ੍ਰਕਾਰ ਦੀ ਕਥਾ ਹੋ ਸਕਦੀ ਹੈ ਕਥਾਨਕ ਦੀ, ਇੱਕ ਦੰਦ ਕਥਾ ਮੂਲਕ, ਇੱਕ ਕਲਪਨਾ ਮੂਲਕ ਤੇ ਇੱਕ ਇਤਿਹਾਸ ਮੂਲਕ। ਠੀਕ ਹੈ, ਅਰਸਤੂ ਕਹਿੰਦਾ ਕਿ ਦੰਦ ਕਥਾ ਦੇ ਵਿੱਚੋਂ ਲਈ ਗਈ ਘਟਨਾ ਸਭ ਤੋਂ ਜ਼ਿਆਦਾ ਵਧੀਆ ਹੁੰਦੀ ਹੈ, ਇਹ ਅਰਸਤੂ ਦਾ ਮੰਨਣਾ ਹੈ। ਫਿਰ ਕਲਪਨਾ ਮੂਲਕ ਦਾ ਮਤਲਬ ਹੈ ਵੀ ਜਿਹੜਾ ਆਪਣਾ ਹੈ ਰਾਈਟਰ ਉਹ ਕਲਪਨਾ ਕਰਕੇ ਕੋਈ ਕਹਾਣੀ ਲਿਖੇ। ਇਤਿਹਾਸ ਮੂਲਕ ਹੈਗੀ ਜੋ ਇਤਿਹਾਸ ਦੇ ਵਿੱਚੋਂ ਲਈ ਗਈ ਹੋਵੇ। ਠੀਕ ਹੈ, ਜਿਹੜੀ ਪੱਕੀ ਪਤਾ ਕਿ ਵਾਪਰੀ ਹੈ, ਜਿਵੇਂ ਭਗਤ ਸਿੰਘ ਦੇ ਨਾਲ ਸੰਬੰਧਿਤ ਕੋਈ ਗੱਲ ਹੋ ਸਕਦੀ ਹੈ।
ਤੇ ਨੰਦ ਕਥਾ ਜਿਵੇਂ ਕਿ ਪੂਰਨ ਭਗਤ ਵਰਗਿਆਂ ਦੀ ਕਥਾ ਹੋ ਸਕਦੀ ਹੈ। ਠੀਕ ਹੈ। ਤੇ ਫਿਰ ਕਥਾਨਕ ਹੋਰ ਵੀ ਉਹਨੇ 2 ਟਾਈਪਸ ਦਿੱਤੀਆਂ, ਕਿਹੜੀਆਂ ਸਰਲ ਕਥਾਨਕ ਤੇ ਗੁੰਝਲਦਾਰ ਕਥਾਨਕ। ਸਰਲ ਉਹ ਆ ਕਿ ਜਿਹਦੇ ਵਿੱਚ ਘਟਨਾਵਾਂ ਬਹੁਤ ਸਰਲ ਵਾਪਰਦੀਆਂ, ਸਾਨੂੰ ਸਿੱਧਾ ਸਿੱਧਾ ਪਤਾ ਲੱਗੀ ਜਾਂਦਾ ਕਿ ਹੁਣ ਆਹ ਹੋ ਗਿਆ, ਹੁਣ ਆਹ ਹੋ ਗਿਆ। ਤੇ ਗੁੰਝਲਦਾਰ ਦੇ ਵਿੱਚ ਹੁੰਦਾ ਕਿ ਘਟਨਾ ਦੇ ਵਿੱਚੋਂ ਘਟਨਾ ਨਿਕਲ ਰਹੀ ਹੈ, ਸਾਨੂੰ ਬਹੁਤ ਹੈਰਾਨੀ ਵੀ ਹੋ ਰਹੀ ਹੈ ਕਿ ਇਹ ਕਿਸ ਤਰ੍ਹਾਂ ਵਾਪਰ ਰਿਹਾ ਹੈ, ਤਾਂ ਉਹ ਗੁੰਝਲਦਾਰ ਬਣਾ ਦਿੰਦਾ। ਠੀਕ ਹੈ। ਇਹ 2 ਤਰ੍ਹਾਂ ਦੇ ਕਥਾਨਕ ਹੁੰਦੇ ਆ। ਇਸ ਤੋਂ ਬਾਅਦ ਦੂਸਰਾ ਜਿਹੜਾ ਅੰਗ ਹੈ ਜੀ ਉਹ ਹੈ ਪਾਤਰ ਚਿੱਤਰਨ। ਤਾਂ ਪਾਤਰ ਚਿੱਤਰਨ ਦੇ ਲਈ ਉਹਨਾਂ ਨੇ ਇਥੋਸ ਸ਼ਬਦ ਵਰਤਿਆ। ਇਥੋਸ ਦਾ ਮਤਲਬ ਵੀ ਐਥਿਕਸ ਦੇ ਨਾਲ ਸੰਬੰਧਿਤ ਕੀਤਾ ਜਾ ਸਕਦਾ ਹੈ। ਗ੍ਰੀਕ ਭਾਸ਼ਾ ਦਾ ਸ਼ਬਦ ਹੈ ਇਥੋਸ। ਤਾਂ ਉਹ ਕਹਿੰਦੇ ਕਿ ਪਾਤਰ ਇਹੋ ਜਿਹੇ ਹੋਣੇ ਚਾਹੀਦੇ ਜਿਹੜੇ ਨੈਤਿਕ ਮੁੱਲਾਂ ਦੇ ਨਾਲ ਭਰਪੂਰ ਹੋਣ, ਕਿ ਉਹਨਾਂ ਨੂੰ ਸਮਾਜ ਦੇ ਵਿੱਚ ਵਾਪਰਦੇ ਹੋਏ ਉਹਨਾਂ ਨੂੰ ਚੰਗੇ ਇਨਸਾਨ ਬਣ ਕੇ ਵਿਚਰਨਾ ਚਾਹੀਦਾ ਹੈ, ਤਾਂ ਕਿ ਉਹਨਾਂ ਤੋਂ ਕੋਈ ਸੇਧ ਮਿਲੇ। ਦੂਜਾ ਉਹ ਕਹਿੰਦੇ ਕਿ ਸੰਸਕ੍ਰਿਤੀ ਦੇ ਮੁੱਲਾਂ ਨੂੰ ਜਾਣਦਾ ਹੋਵੇ। ਮੰਨ ਲਓ ਕੋਈ ਪੰਜਾਬੀ ਨਾਇਕ ਦਿਖਾ ਰਹੇ ਆ ਤਾਂ ਉਸ ਨੂੰ ਪੰਜਾਬੀ ਸੱਭਿਆਚਾਰ ਬਾਰੇ ਪਤਾ ਹੋਣਾ ਚਾਹੀਦਾ, ਉਹ ਉਸੇ ਤਰ੍ਹਾਂ ਦਾ ਬੰਦਾ ਹੋਣਾ ਚਾਹੀਦਾ ਜਿਹੋ ਜਿਹੇ ਪੰਜਾਬੀ ਬੰਦੇ ਹੁੰਦੇ ਆ। ਫਿਰ ਉਹ ਤੀਜੇ ਨੰਬਰ 'ਤੇ ਜਿਹੜੀ ਇੰਪੋਰਟੈਂਟ ਗੱਲ ਕਹਿੰਦਾ ਹੈ ਕਿ ਨਾਇਕ ਬਿਲਕੁਲ ਨਿਰਦੋਸ਼ ਬੰਦਾ ਨਹੀਂ ਹੋਣਾ ਚਾਹੀਦਾ, ਬਲਕਿ ਨਾਇਕ ਦੇ ਵਿੱਚ ਵੀ ਕੁਝ ਘਾਟਾਂ ਹੋ ਸਕਦੀਆਂ, ਇਸ ਕਰਕੇ ਹੀ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਆ ਜਾਂਦਾ, ਕਿਉਂਕਿ ਉਹ ਕੋਈ ਨਾ ਕੋਈ ਗਲਤੀ ਕਰ ਬੈਠਦਾ। ਠੀਕ ਹੈ। ਤੇ ਉਸਦੇ ਕਾਰਜਾਂ ਵਿੱਚ ਔਚਿਤਿਆ ਹੋਣਾ ਚਾਹੀਦਾ। ਔਚਿਤਿਆ ਬਾਰੇ ਅਸੀਂ ਪੜ੍ਹਿਆ ਸੀ ਕਿ ਬਹੁਤ ਉਚਿਤ ਚੀਜ਼ਾਂ ਹੋਣੀਆਂ ਚਾਹੀਦੀਆਂ, ਇਹ ਨਹੀਂ ਕਿ ਉਹ ਵੀ ਸਧਾਰਨ ਬੰਦਿਆਂ ਵਰਗਾ ਹੀ ਕੰਮ ਕਰੇ, ਫਿਰ ਤਾਂ ਸਧਾਰਨ ਤੇ ਨਾਇਕ ਦੇ ਵਿੱਚ ਕੋਈ ਫਰਕ ਰਹਿਣਾ ਹੀ ਨਹੀਂ। ਠੀਕ। ਉੱਚ ਘਰਾਣਾ ਹੋਣਾ ਚਾਹੀਦਾ, ਜਿਵੇਂ ਕਿ ਅਕਸਰ ਹੀ ਪੁਰਾਣੇ ਸਾਰੇ ਸਾਡੇ ਆਚਾਰਿਆਂ ਨੇ ਨਾਇਕ ਨੂੰ ਉੱਚ ਘਰਾਣੇ ਦਾ ਹੀ ਮੰਨਿਆ, ਬਲਕਿ ਆਧੁਨਿਕ ਸਾਹਿਤ ਦੇ ਵਿੱਚ ਤਾਂ ਇਹ ਗੱਲ ਬਦਲ ਗਈ ਹੈ ਕਿ ਸਧਾਰਨ ਮਨੁੱਖ ਵੀ ਨਾਇਕ ਹੋ ਸਕਦਾ, ਪਰ ਅਰਸਤੂ ਦਾ ਕਹਿਣਾ ਹੈ ਕਿ ਨਾਇਕ ਜਿਹੜਾ ਹੈ ਉਹ ਉੱਚ ਘਰਾਣੇ ਦਾ ਹੋਣਾ ਚਾਹੀਦਾ। ਫਿਰ ਉਹ ਕਹਿੰਦੇ ਵੀ ਜਿਹੜੇ ਵੀ ਤੁਸੀਂ ਪਾਤਰ ਲੈਣੇ ਆ ਉਹਨਾਂ ਦਾ ਸੁਭਾਅ ਜਿਹੜਾ ਉਹਨਾਂ ਦੇ ਜੀਵਨ ਨਾਲ ਮੇਲ ਖਾਂਦਾ ਹੋਣਾ ਚਾਹੀਦਾ। ਵੀ ਇਹ ਨਹੀਂ ਕਿ ਤੁਸੀਂ ਕੋਈ ਬੱਚਾ ਪਾਤਰ ਦਿਖਾਇਆ ਅਤੇ ਬੱਚੇ ਤੋਂ ਤੁਸੀਂ ਕੋਈ ਬਹੁਤ ਵੱਡਾ ਭਾਰਾ, ਉਹਦੀ ਉਮਰ ਤੋਂ ਵੀ ਵੱਡਾ ਕੰਮ ਕਰਵਾ ਰਹੇ ਹੋ, ਤਾਂ ਫਿਰ ਉਹ ਨੈਚੁਰਲ ਚੀਜ਼ ਨਹੀਂ ਲੱਗੂਗੀ। ਇਸ ਲਈ ਵੀ ਜੇ ਤੁਸੀਂ ਕੋਈ ਔਰਤ ਦਿਖਾ ਰਹੇ ਹੋ ਤਾਂ ਉਹ ਔਰਤ ਵਰਗੀ ਹੋਣੀ ਚਾਹੀਦੀ ਹੈ, ਜੇ ਕੋਈ ਬੰਦਾ ਦਿਖਾ ਰਹੇ ਹੋ ਬੰਦੇ ਵਰਗਾ ਹੋਣਾ ਚਾਹੀਦਾ, ਅਤੇ ਕੋਈ ਬਜ਼ੁਰਗ ਆ ਅਤੇ ਬਜ਼ੁਰਗ ਵਰਗੇ ਕੰਮ ਉਹਦੇ ਦਿਖਾਉਣੇ ਚਾਹੀਦੇ ਆ। ਇਹ ਤੁਸੀਂ ਬਨੌਟੀਪਣ ਇਹਨਾਂ ਦੇ ਵਿੱਚ ਨਹੀਂ ਲੈ ਕੇ ਆਉਣਾ। ਫਿਰ ਹੈ ਜੀ ਪਦ ਰਚਨਾ। ਪਦ ਰਚਨਾ ਨੂੰ ਡਿਕਸ਼ਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ। ਸੋ ਪਦ ਰਚਨਾ ਦਾ ਮਤਲਬ ਹੁੰਦਾ ਕਿ ਤੁਸੀਂ ਭਾਸ਼ਾ ਕਿਹੋ ਜਿਹੀ ਵਰਤਣੀ ਆ, ਡਾਇਲੋਗ ਕਿਹੋ ਜਿਹੇ ਪਾਉਣੇ ਆ। ਤਾਂ ਉਹ ਕਹਿੰਦਾ ਕਿ ਅਲੰਕਾਰਕ ਭਾਸ਼ਾ ਹੋਣੀ ਚਾਹੀਦੀ ਹੈ, ਕਿ ਅਲੰਕਾਰਾਂ ਤੋਂ ਬਿਨਾਂ ਭਾਸ਼ਾ ਜਿਹੜੀ ਆ ਉਹ ਸੋਹਣੀ ਨਹੀਂ ਲੱਗੂਗੀ। ਫਿਰ ਉਹ ਕਹਿੰਦੇ ਪਦ ਅਤੇ ਗਦ ਮਤਲਬ ਵਾਰਤਕ ਵੀ ਹੋ ਸਕਦਾ ਅਤੇ ਪਦਾਂ ਦੇ ਰੂਪ 'ਚ ਮਤਲਬ ਕਵਿਤਾ ਦੇ ਰੂਪ ਵਿੱਚ ਵੀ ਹੋ ਸਕਦਾ, ਪਰ ਜ਼ਿਆਦਾਤਰ ਜਿਹੜਾ ਅਰਸਤੂ ਉਹ ਪਸੰਦ ਕਰਦਾ ਕਿ ਉਹ ਪਦ ਰੂਪ ਦੇ ਵਿੱਚ ਹੋਵੇ। ਫਿਰ ਉਹ ਕਹਿੰਦੇ ਕਿ ਤੁਸੀਂ ਭਾਸ਼ਾ ਅਜਿਹੀ ਵਰਤਣੀ ਆ ਜਿਹੜੀ ਸਮਕਾਲੀ ਹੋਵੇ। ਕਹਿਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਅੱਜ 2023 ਦੇ ਵਿੱਚ ਕੋਈ ਨਾਟਕ ਮੰਨ ਲਓ ਲਿਖਣਾ ਅਤੇ ਤੁਸੀਂ ਸ਼ਬਦ ਜਿਹੜੇ ਉਹ ਪਹਿਲੀ ਸਦੀ ਈਸਵੀ ਵਾਲੇ ਜਾਂ ਮੱਧਕਾਲ ਵਾਲੇ ਵਰਤੀ ਜਾਓ, ਜਿਹੜੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਸਮਝ ਹੀ ਨਹੀਂ ਆਉਣਗੇ। ਅਤੇ ਕੌਸ਼ਕ ਸ਼ਬਦ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਸ਼ਬਦ ਉਹੀ ਵਰਤਣੇ ਜਿਨ੍ਹਾਂ ਦਾ ਕੋਈ ਮਤਲਬ ਨਿਕਲਦਾ ਹੋਵੇ। ਊਈਂ ਤੁਗੜਮ ਫਗੜਮ ਲਿਖੀ ਜਾਓਗੇ ਤਾਂ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ, ਅਤੇ ਫਿਰ ਦਰਸ਼ਕਾਂ ਨੂੰ ਸਮਝ ਹੀ ਨਹੀਂ ਆਉਣੀ, ਉਹਨਾਂ ਨੇ ਵਿੱਚੋਂ ਉੱਠ ਕੇ ਭੱਜ ਜਾਣਾ। ਠੀਕ। ਅੱਗੇ ਹੈਗਾ ਜੀ ਵਿਚਾਰ ਤੱਤ। ਉਹ ਕਹਿੰਦੇ ਵਿਚਾਰ ਤੱਤ ਵੀ ਬਹੁਤ ਇੰਪੋਰਟੈਂਟ ਹੈ, ਕਿ ਜੇਕਰ ਵਿਚਾਰ ਹੀ ਨਾ ਹੋਊਗਾ ਕੋਈ ਲੇਖਕ ਦਾ, ਇਹਦਾ ਮਤਲਬ ਉਹਨੇ ਤਰਾਸਦੀ ਲਿਖ ਕੇ ਲੈਣਾ ਕੀ ਹੈ। ਉਹ ਕਹਿੰਦੇ ਕਿ ਸਾਰੀ ਤਰਾਸਦੀ ਦੇ ਵਿੱਚ ਜਿਹੜਾ ਵਿਚਾਰ ਆ ਉਹ ਲੇਖਕ ਦਾ ਛਾਇਆ ਰਹਿੰਦਾ। ਮੰਨ ਲਓ ਲੇਖਕ ਕੋਈ ਇਮਾਨਦਾਰੀ ਦਾ ਵਿਚਾਰ ਸਾਡੇ ਵਿੱਚ ਪ੍ਰਸਾਰਿਤ ਕਰਨਾ ਚਾਹੁੰਦਾ, ਤਾਂ ਉਹ ਇਮਾਨਦਾਰੀ ਦੇ ਨਾਲ ਸੰਬੰਧਿਤ ਗੱਲਾਂ ਲਿਖੂਗਾ ਜਾਂ ਉਹੋ ਜਿਹੀ ਕਹਾਣੀ ਲਿਖੂਗਾ। ਤਾਂ ਜਿਹੜਾ ਵਿਚਾਰ ਆ ਉਹ ਕਾਰਜ 'ਤੇ ਬੋਲਣਾ ਹੀ ਵਾਪਰਦਾ। ਕਹਿਣ ਦਾ ਮਤਲਬ ਕਿ ਜਿਹੜਾ ਕੁਛ ਵੀ ਨਾਟਕ ਦੇ ਵਿੱਚ ਹੋ ਰਿਹਾ ਅਸੀਂ ਉਹਦੇ ਤੋਂ ਹੀ ਸਿੱਖਦੇ ਹਾਂ। ਠੀਕ ਹੈ। ਸਿੱਧੇ ਵਿਚਾਰ ਨਹੀਂ, ਇਸ ਤਰ੍ਹਾਂ ਨਹੀਂ ਲੇਖਕ ਲਿਖੂਗਾ ਕਿ ਦਰਸ਼ਕੋ ਪੇਸ਼ ਹੈ ਅੱਜ ਦਾ ਵਿਚਾਰ, ਨਹੀਂ, ਬਲਕਿ ਜਿਹੜਾ ਕੁਛ ਉਹਦੇ ਨਾਇਕ ਉਹਦੇ ਪਾਤਰ ਕਰ ਰਹੇ ਆ ਉਹੀ ਉਹਦਾ ਵਿਚਾਰ ਹੋਊਗਾ। ਠੀਕ। ਇਸ ਤੋਂ ਬਾਅਦ ਗੀਤ ਆ। ਗੀਤ ਵੀ ਬਹੁਤ ਜ਼ਰੂਰੀ ਹਿੱਸਾ ਉਸਨੇ ਮੰਨਿਆ ਤਰਾਸਦੀ ਦਾ, ਕਿ ਤਰਾਸਦੀ ਦੇ ਮੰਨ ਲਓ 4 ਪਾਰਟਾਂ ਦੇ ਵਿੱਚ ਕੋਈ ਨਾਟਕ ਖੇਡਿਆ ਜਾ ਰਿਹਾ, ਤਾਂ ਉਹ ਕਹਿੰਦੇ ਕਿ ਹਰੇਕ ਪਾਰਟ ਦੇ ਬਾਅਦ ਇੱਕ ਗੀਤ ਪੇਸ਼ ਕੀਤਾ ਜਾਊਗਾ, ਜਿਹੜਾ ਕਿ ਜਿਸ ਨੂੰ ਕੋਰਸ ਵੀ ਕਹਿ ਦਿੰਦੇ ਆ। ਠੀਕ ਹੈ। ਤਾਂ ਇਹ ਗੀਤ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਇਹਦੇ ਨਾਲ ਇੱਕ ਤਾਂ ਬੋਰ ਨਹੀਂ ਹੁੰਦੇ ਦਰਸ਼ਕ, ਦੂਸਰਾ ਇਹਦੇ ਨਾਲ ਜਿਹੜੀ ਤਰਾਸਦੀ ਉਹ ਖੂਬਸੂਰਤ ਲੱਗਦੀ ਹੈ। ਹਰ ਹਿੱਸੇ ਬਾਅਦ ਇਹ ਗਾਇਆ ਜਾਂਦਾ। ਫਿਰ ਅਖੀਰ 'ਤੇ ਹੈਗਾ ਜੀ ਦ੍ਰਿਸ਼ ਵਿਧਾਨ। ਦ੍ਰਿਸ਼ ਵਿਧਾਨ ਦਾ ਮਤਲਬ ਹੁੰਦਾ ਜਦੋਂ ਸਟੇਜ 'ਤੇ ਨਾਟਕ ਖੇਡਿਆ ਜਾਂਦਾ ਹੈ ਤਾਂ ਉਦੋਂ ਜਿਹੜੀ ਸਟੇਜ ਸਾਡੇ ਸਾਹਮਣੇ ਸਜਦੀ ਹੈ, ਪਰਦੇ ਲੱਗਦੇ ਆ, ਜਾਂ ਜੋ ਵੀ ਸਮਾਨ ਜ਼ਰੂਰੀ ਹੈ ਨਾਟਕ ਖੇਡਣ ਲਈ ਉਹ ਸਾਹਮਣੇ ਰੱਖਿਆ ਜਾਂਦਾ, ਤਾਂ ਉਸ ਨੂੰ ਉਹ ਕਹਿੰਦਾ ਦ੍ਰਿਸ਼ ਵਿਧਾਨ। ਅੱਛਾ, ਇੱਕ ਗੱਲ ਹੋਰ ਹੈ ਕਿ ਤਰਾਸਦੀ ਦੇ ਵਿੱਚ ਅਰਸਤੂ ਨੇ ਦ੍ਰਿਸ਼ ਵਿਧਾਨ ਨੂੰ ਘੱਟ ਇੰਪੋਰਟੈਂਟ ਮੰਨਿਆ ਹੈ। ਉਹ ਕਹਿੰਦੇ ਵੀ ਦ੍ਰਿਸ਼ ਵਿਧਾਨ ਇੰਪੋਰਟੈਂਟ ਤਾਂ ਹੈ, ਉਹ ਕਹਿੰਦਾ ਵੀ ਪਰ ਜੇ ਦ੍ਰਿਸ਼ ਵਿਧਾਨ ਨਾ ਵੀ ਹੋਊਗਾ ਤਾਂ ਵੀ ਤਰਾਸਦੀ ਹੋ ਸਕਦੀ ਹੈ। ਉਹ ਕਹਿੰਦਾ ਵੀ ਇਕੱਲਾ ਪੜ੍ਹ ਕੇ ਵੀ ਤੁਸੀਂ ਤਰਾਸਦੀ ਦਾ ਆਨੰਦ ਲੈ ਸਕਦੇ ਹੋ, ਸੁਣ ਕੇ ਵੀ ਆਨੰਦ ਲੈ ਸਕਦੇ ਹੋ, ਵੀ ਜ਼ਰੂਰੀ ਨਹੀਂ ਉਹਨੂੰ ਸਟੇਜ 'ਤੇ ਖੇਡਣਾ ਹੀ ਹੈ। ਇਹ ਅਰਸਤੂ ਦਾ ਸੀਗਾ ਕਹਿਣਾ। ਪਰ ਆਧੁਨਿਕ ਸਾਹਿਤ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਨਾਟਕ ਅਸੀਂ ਉਸੇ ਨੂੰ ਸਫਲ ਮੰਨਦੇ ਹਾਂ ਜਿਹੜਾ ਰੰਗਮੰਚ 'ਤੇ ਖੇਡਿਆ ਜਾ ਸਕਦਾ ਹੈ। ਸੋ ਇਹ ਸੀਗੇ 6 ਪਾਰਟ। ਤਾਂ ਅੱਜ ਅਸੀਂ ਕੀ ਸਿੱਖਿਆ
ਤੁਸੀਂ ਆਪਣੇ ਮਨ 'ਚ ਦੁਹਰਾ ਸਕਦੇ ਹੋ। ਸਭ ਤੋਂ ਪਹਿਲਾਂ ਅਸੀਂ ਤਰਾਸਦੀ ਦੀ ਪਰਿਭਾਸ਼ਾ ਸਿੱਖੀ, ਫਿਰ ਅਸੀਂ ਦੇਖਿਆ ਕਿ ਤਰਾਸਦੀ ਦੇ ਵਿੱਚ 6 ਅੰਗ ਹੁੰਦੇ ਆ ਅਤੇ 6 ਅੰਗਾਂ ਬਾਰੇ ਅਸੀਂ ਸੰਖੇਪ ਦੇ ਵਿੱਚ ਗੱਲਬਾਤ ਕੀਤੀ ਆ। ਅਤੇ ਤੁਹਾਨੂੰ ਮੈਂ ਆਸ ਕਰਦੀ ਹਾਂ ਵੀ ਤੁਹਾਨੂੰ ਸਮਝ ਆ ਗਈ ਹੋਊਗੀ। ਅਤੇ ਅਸੀਂ ਜਾਂਦੇ ਜਾਂਦੇ ਫਿਰ ਇੱਕ ਵਾਰੀ ਤਰਾਸਦੀ ਦੀ ਪਰਿਭਾਸ਼ਾ ਦੇਖ ਲੈਂਦੇ ਹਾਂ ਵੀ ਕਿਸੇ ਗੰਭੀਰ, ਆਪਣੇ ਆਪ ਵਿੱਚ ਪੂਰੇ ਅਤੇ ਨਿਸ਼ਚਿਤ ਆਯਾਮ ਵਾਲੇ ਕਾਰਜ ਦੇ ਅਨੁਕਰਨ ਦਾ ਨਾਮ ਹੈ, ਜਿਸ ਦਾ ਮਾਧਿਅਮ ਨਾਟਕ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਢੰਗਾਂ ਨਾਲ ਵਰਤੀ ਗਈ ਹਰ ਤਰ੍ਹਾਂ ਦੇ ਅਲੰਕਾਰਾਂ ਨਾਲ ਸਜੀ ਹੋਈ ਭਾਸ਼ਾ ਹੁੰਦੀ ਹੈ, ਜਿਸ ਵਿੱਚ ਕਰੁਣਾ ਅਤੇ ਤਰਾਸ ਭਰ ਕੇ ਇਹਨਾਂ ਮਨੋਵਿਕਾਰਾਂ ਦਾ ਉਚਿਤ ਵਿਰੇਚਨ ਕੀਤਾ ਜਾਂਦਾ ਹੈ। ਤਾਂ ਦੋਸਤੋ ਅਸਲ ਦੇ ਵਿੱਚ ਉਦੇਸ਼ ਤਾਂ ਇਹੀ ਹੈ ਕਿ ਵਿਰੇਚਨ ਕੀਤਾ ਜਾਵੇ। ਵਿਰੇਚਨ ਕਿਸ ਢੰਗ ਨਾਲ ਕਰਨਾ ਹੈ? ਜਿਹੜਾ ਜ਼ਿੰਦਗੀ ਦੇ ਵਿੱਚ ਕੁਛ ਘਟਨਾ ਵਾਪਰ ਰਹੀ ਆ ਉਸ ਦਾ ਅਨੁਕਰਨ ਕਰਕੇ। ਤਾਂ ਵਿਰੇਚਨ ਕਰਨ ਨਾਲ ਹੋਊਗਾ ਕਿ ਸਾਡੇ ਅੰਦਰਲੇ ਮਨੋਭਾਵਾਂ ਦੀ ਸ਼ੁੱਧੀ ਹੋਊਗੀ, ਅਸੀਂ ਸੰਤੁਸ਼ਟ ਫੀਲ ਕਰਾਂਗੇ। ਤਾਂ ਇਹੀ ਤਰਾਸਦੀ ਦਾ ਇੱਕੋ ਇੱਕ ਮਹੱਤਵ ਜਿਹੜਾ ਮੇਨ ਹੈ ਅਤੇ ਉਦੇਸ਼ ਹੈ। ਅਤੇ ਮੈਂ ਆਸ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਊਗੀ। ਜੇ ਸਮਝ ਤੁਹਾਨੂੰ ਆ ਗਈ ਹੈ ਤਾਂ ਤੁਸੀਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ। ਤੁਸੀਂ ਜਿੰਨੇ ਜ਼ਿਆਦਾ ਕਮੈਂਟ ਕਰੋਗੇ, ਸਾਨੂੰ ਹੌਸਲਾ ਦਿਓਗੇ, ਤਾਂ ਉਨਾ ਹੀ ਅਸੀਂ ਨਵੀਆਂ ਵੀਡੀਓਜ਼ ਲੈ ਕੇ ਆਵਾਂਗੇ। ਧੰਨਵਾਦ।